ਕੀ ਹਾਲ ਨੇ ਸਾਥੀਓ। ਮੈਂ ਉਮੀਦ ਕਰਦਾ ਕਿ ਤੁਹਾਡੀ ਪੜ੍ਹਾਈ ਵਧੀਆ ਤਰੀਕੇ ਨਾਲ ਚੱਲ ਰਹੀ ਹੋਣੀ ਆ। ਤੁਹਾਡੀ ਪੜ੍ਹਾਈ ਨੂੰ ਵਧੀਆ ਤਰੀਕੇ ਨਾਲ ਚਲਾਉਣ ਲਈ ਮੈਂ ਇੱਕ ਹੋਰ ਵੀਡੀਓ ਤੁਹਾਡੇ सामने ਲੈ के आया। साथियों, भारत में सर्वप्रथम राष्ट्रीय आय का आंकलन किसने किया था? बहुत बढ़िया क्वेश्चन है। राष्ट्रीय आय भाव राष्ट्रीय आमदन ਜਾਂ ਪ੍ਰਤੀ ਵਿਅਕਤੀ ਆਮਦਨ ਕਿ ਭਾਰਤ ਦਾ ਹਰੇਕ ਬੰਦਾ ਕਿੰਨੇ ਰੁਪਏ ਕਮਾਉਂਦਾ। ਤਾਂ ਇਹਦੇ ਬਾਰੇ ਗੱਲਾਂ ਬਾਤਾਂ ਸਭ ਤੋਂ ਪਹਿਲਾਂ ਕਿਹਨੇ ਕੀਤੀਆਂ ਸੀ? ਤਾਂ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਹੀ ਹਰਮਨ ਪਿਆਰੇ ਨੇਤਾ ਕਾਂਗਰਸ ਪਾਰਟੀ ਦੇ ਉੱਘੇ ਲੀਡਰ ਦਾਦਾ ਭਾਈ ਨਹਿਰੂ ਜੀ, ਜਿਨ੍ਹਾਂ ਨੂੰ ਗ੍ਰੈਂਡ ਓਲਡ ਮੈਨ ਆਫ ਇੰਡੀਆ ਵੀ ਕਿਹਾ ਜਾਂਦਾ। ਅਤੇ ਨਾਲ ਅਸੀਂ ਦੇਖਦੇ ਹਾਂ ਕਿ ਜਿਹੜੀ 1906 ਦੇ ਵਿੱਚ ਕਾਂਗਰਸ ਦੀ ਮੀਟਿੰਗ ਹੋਈ ਸੀ, ਉਹ ਕਾਂਗਰਸ ਪਾਰਟੀ ਦੇ ਪ੍ਰਧਾਨ ਉਸ ਟਾਈਮ 'ਤੇ ਕੌਣ ਸੀ? ਦਾਦਾ ਭਾਈ ਨਹਿਰੂ ਜੀ। ਦਾਦਾ ਭਾਈ ਨਹਿਰੂ ਜੀ ਦੀ ਇੱਕ ਬਹੁਤ ਹੀ ਫੇਮਸ ਬੁੱਕ ਪੋਵਰਟੀ ਐਂਡ ਅਨਬ੍ਰਿਟਿਸ਼ ਰੂਲ ਇਨ ਇੰਡੀਆ, ਇਹ ਵੀ ਉਹਨਾਂ ਦੀ ਕਿਤਾਬ ਆ। ਸਾਥੀਓ, ਇਹ ਪਹਿਲੇ ਅਰਥ ਸ਼ਾਸਤਰੀ ਹੋਏ ਨੇ ਜਿਨ੍ਹਾਂ ਨੇ ਰਾਸ਼ਟਰੀ ਆਮਦਨ ਕੱਢ ਕੇ ਸਮਝਾਇਆ ਕਿ ਜਿੰਨਾ ਭਾਰਤੀ ਲੋਕ ਕਮਾਉਂਦੇ ਨੇ ਉਹਦੇ ਵਿੱਚੋਂ ਜ਼ਿਆਦਾ ਰੁਪਈਆ ਤਾਂ ਅੰਗਰੇਜ਼ ਆਪਣੇ ਦੇਸ਼ 'ਚ ਲੈ ਕੇ ਜਾ ਰਹੇ ਨੇ। ਪਰ ਸਾਥੋਂ ਕਮਾਈ ਕਰਕੇ ਪਰ ਸਾਡਾ ਰੁਪਇਆ ਹੈਗਾ ਉਹ ਸਾਨੂੰ ਨਾ ਦੇ ਕੇ, ਸਾਡੇ 'ਤੇ ਨਾ ਲਾ ਕੇ ਉਹ ਰੁਪਇਆ ਲੰਦਨ ਦੇ ਵਿੱਚ ਲਿਜਾਇਆ ਜਾ ਰਿਹਾ, ਚਾਹੇ ਉਹ ਤਾਂ ਉਹ ਆਮਦਨੀ ਦੇ ਤੌਰ 'ਤੇ ਹੋਵੇ ਜਾਂ ਟੈਕਸ ਤੌਰ 'ਤੇ, ਜਾਂ ਕੱਚਾ ਮਾਲ ਸਾਥੋਂ ਲੈ ਕੇ ਵਧੀਆ ਮਾਲ ਸਾਨੂੰ ਭੇਜ ਕੇ ਉਹ 'ਤੇ ਮੁਨਾਫਾ ਕਮਾ ਕੇ ਬਹੁਤ ਹੀ ਜ਼ਿਆਦਾ ਰੁਪਇਆ ਅੰਗਰੇਜ਼ ਕਮਾ ਰਹੇ ਨੇ। आगे चलते हैं। अगला क्वेश्चन है कि भारतीय संविधान के किस अनुच्छेद में संवैधानिक उपचारों का अधिकार दिया गया है? साथियों, जे गल करिए आप भारतीय संविधान च साडे अधिकारां दी, तां असीं देखदे हां किहड़े मौलिक अधिकार ने वो बहुत ही इंपॉर्टेंट थां रखते हैं अपने संविधान दे विच। 12 ਤੋਂ 35 ਸੰਵਿਧਾਨ ਦੇ 12 ਅਨੁਛੇਦ ਤੋਂ 35 ਅਨੁਛੇਦ ਤੱਕ ਅਧਿਕਾਰਾਂ ਦੀ ਗੱਲ ਕੀਤੀ ਗਈ ਹੈ। ਕੁੱਲ 6 ਤਰ੍ਹਾਂ ਦੇ ਅਧਿਕਾਰ ਸਾਨੂੰ ਦਿੱਤੇ ਗਏ ਨੇ। ਉਹਦੇ ਵਿੱਚੋਂ ਇੱਕ ਅਧਿਕਾਰ ਸੰਵਿਧਾਨਿਕ ਉਪਚਾਰੋਂ ਕਾ ਅਧਿਕਾਰ ਆ, ਜਿਹਦੇ ਅੰਡਰ ਜੇਕਰ ਸਾਡੇ ਅਧਿਕਾਰ ਸਾਥੋਂ ਖੋਹੇ ਜਾ ਰਹੇ ਨੇ ਤਾਂ ਅਸੀਂ 32ਵੇਂ ਅਨੁਛੇਦ ਦੇ ਅੰਡਰ ਕੀ ਕਰ ਸਕਦੇ ਹਾਂ? ਕੇਸ ਪਾ ਸਕਦੇ ਹਾਂ। ਅਸੀਂ ਸਾਡੇ ਸੰਵਿਧਾਨ ਨੇ ਸਾਨੂੰ ਪਾਵਰ ਦਿੱਤੀ ਆ ਕਿ ਅਸੀਂ ਸਿੱਧੇ ਸੁਪਰੀਮ ਕੋਰਟ ਦੇ ਵਿੱਚ ਕੇਸ ਪਾ ਸਕਦੇ ਹਾਂ ਜੇਕਰ ਸਾਡੇ ਅਧਿਕਾਰ ਸਾਥੋਂ ਖੋਹੇ ਜਾ ਰਹੇ ਨੇ। ਅੱਗੇ ਚੱਲਦੇ ਹਾਂ। ਕੋਈ ਵਿਦਿਅਕ ਧਨ ਵਿਦਿਅਕ ਹੈ ਜਾਂ ਨਹੀਂ, ਇਸਕਾ ਨਿਰਣय ਕੌਣ ਕਰਤਾ ਹੈ? ਭਾਵ ਜਿਹੜਾ ਕੋਈ ਬਿੱਲ ਆਇਆ ਕਿ ਉਹ ਮਨੀ ਬਿੱਲ ਆ ਜਾਂ ਨਹੀਂ ਹੈਗਾ, ਇਹਦਾ ਨਿਰਣੇ ਕੌਣ ਕਰਦਾ? ਅਸੀਂ ਦੇਖਦੇ ਹਾਂ ਕਿਹੜੇ ਲੋਕ ਸਭਾ ਦੇ ਸਪੀਕਰ ਹੁੰਦੇ ਨੇ, ਲੋਕ ਸਭਾ ਦੇ ਸਪੀਕਰ ਦੁਆਰਾ ਇਹ ਤੈਅ ਕੀਤਾ ਜਾਂਦਾ ਕਿ ਕੋਈ ਜਿਹੜਾ ਬਿੱਲ ਆ ਉਹ ਮਨੀ ਬਿੱਲ ਹੈ ਜਾਂ ਨਹੀਂ। ਜੇ ਕੁਐਸਚਨ ਆਇਆ ਕਿ ਸਾਡੇ ਹੁਣ ਲੋਕ ਸਭਾ ਦੇ ਅਧਿਅਕਸ਼ ਕੌਣ ਨੇ, ਤਾਂ ਲੋਕ ਸਭਾ ਅਧਿਅਕਸ਼ ਭਾਵ ਲੋਕ ਸਭਾ ਸਪੀਕਰ ਹੁਣ ਓਮ ਬਿਰਲਾ ਜੀ ਸਾਡੇ ਲੋਕ ਸਭਾ ਦੇ ਸਪੀਕਰ ਜਾਂ ਲੋਕ ਸਭਾ ਦੇ ਅਧਿਅਕਸ਼ ਨੇ। ਅੱਗੇ ਚੱਲਦੇ हैं। संपत्ति के मौलिक अधिकार को किस संविधान संशोधन अधिनियम के द्वारा समाप्त कर दिया गया? भाव क्वेश्चन ये है साथियों भी साडे स्टार्टिंग ਦੇ ਵਿੱਚ ਜਦੋਂ ਸਾਡਾ ਸੰਵਿਧਾਨ ਬਣਿਆ 7 ਤਰ੍ਹਾਂ ਦੇ ਮੌਲਿਕ ਅਧਿਕਾਰ ਸਾਨੂੰ ਦਿੱਤੇ ਗਏ ਸੀ, ਪਰੰਤੂ ਬਾਅਦ ਵਿੱਚ ਜਾ ਕੇ ਪ੍ਰੋਬਲਮਸ ਆਈਆਂ। ਜਿਹੜਾ ਪ੍ਰੋਪਰਟੀ ਦਾ ਅਧਿਕਾਰ ਸੀ ਨਾ ਉਹ ਸਾਥੋਂ ਖੋਹ ਲਿਆ ਗਿਆ। ਭਾਵ ਜੇਕਰ ਕੱਲ੍ਹ ਨੂੰ ਧੱਕੇ ਨਾਲ ਸਾਡੀ ਪ੍ਰੋਪਰਟੀ ਸਰਕਾਰ ਖੋਹਦੀ ਵੀ ਆ ਤਾਂ ਅਸੀਂ ਉਹਦਾ ਕੇਸ ਸੁਪਰੀਮ ਕੋਰਟ ਦੇ ਵਿੱਚ ਨਹੀਂ ਕਰ ਸਕਦੇ। ਪਹਿਲਾਂ ਸਾਡੇ ਕੋਲ ਪਾਵਰ ਸੀ। ਹੁਣ ਤੁਸੀਂ ਕਹੋਗੇ ਸਰਕਾਰ ਤਾਂ ਬਹੁਤ ਮਾੜੀ ਆ, ਬਿਨਾਂ ਜਿਹੜੇ ਧੱਕੇ ਨਾਲ ਜ਼ਮੀਨ ਖੋਹ ਸਕਦੀ ਆ। ਹਾਂ ਸਾਥੀਓ, ਪਰ ਜਿਹੜੇ ਇਨਫਰਾਸਟਰਕਚਰ ਦੇ ਕੰਮ ਹੁੰਦੇ ਨੇ, ਮੰਨ ਲਓ ਕੋਈ ਰੋਡ ਬਣਾਉਣਾ, ਹੁਣ ਰੋਡ ਬਣਾਉਣਾ 100 ਕਿਲੋਮੀਟਰ, 90 ਕਿਲੋਮੀਟਰ ਲੋਕਾਂ ਨੇ ਸੜਕ ਦੇ ਦਿੱਤੀ ਵੀ ਖੇਤ ਦੇ ਦਿੱਤੇ ਵੀ ਭਾਈ ਆ ਚੱਕੋ ਜ਼ਮੀਨ ਤੁਸੀਂ ਬਣਾ ਸਕਦੇ ਹੋ, ਪਰ ਐਂਡ 'ਤੇ ਅੱਧੇ ਕਿਲੋਮੀਟਰ ਵਾਲਿਆਂ ਨੇ ਕਿਹਾ ਵੀ ਅਸੀਂ ਨਹੀਂ ਦਿੰਦੇ, ਤਾਂ ਰੋਡ ਤਾਂ ਖੜ੍ਹ ਗਿਆ ਨਾ। ਤਾਂ ਉਵੇਂ ਹੀ ਸਰਕਾਰ ਨੇ ਕੋਈ ਬਹੁਤ ਵੱਡੀ ਫੈਕਟਰੀ ਲਾਉਣੀ ਹੈ ਸਰਕਾਰੀ, ਤਾਂ ਬਾਕੀ ਸਭ ਨੇ ਜ਼ਮੀਨ ਦਿੱਤੀ, ਇੱਕ ਬੰਦੇ ਨੇ ਕਹਿ ਤਾ ਜ਼ਮੀਨ ਅਸੀਂ ਦਿੰਦੇ ਨਹੀਂ। ਤਾਂ ਕਰਕੇ ਲੱਗਿਆ ਕਿ ਪ੍ਰੋਪਰਟੀ ਮੌਲਿਕ ਅਧਿਕਾਰ ਨਹੀਂ ਹੋਣਾ ਚਾਹੀਦਾ। ਇਹਦੇ ਕਰਕੇ ਸਰਕਾਰ ਨੇ ਮੌਲਿਕ ਅਧਿਕਾਰ ਨੂੰ ਸੂਚੀ 'ਚੋਂ ਕੱਢਤਾ, ਮੌਲਿਕ ਅਧਿਕਾਰ ਦੀ ਸੂਚੀ 'ਚੋਂ। ਤਾਂ ਕਿਹੜੇ
ਸੋਧ ਰਾਹੀਂ ਕੱਢਿਆ ਤਾਂ 44ਵੀਂ ਸੋਧ ਰਾਹੀਂ। 44ਵੀਂ ਸੋਧ ਰਾਹੀਂ ਅਸੀਂ ਦੇਖਦੇ ਹਾਂ 1978 ਦੇ ਵਿੱਚ ਇਹ ਦੈਟ ਇਜ਼ ਕਿ ਖਤਮ ਕਰ ਦਿੱਤਾ ਗਿਆ। ਅੱਗੇ ਚੱਲਦੇ हैं। भारतीय संविधान के अनुसार संपत्ति का अधिकार क्या है? तो अज संपत्ति का अधिकार की आ? सिंपल अधिकार आ, कानूनी अधिकार आ, मौलिक अधिकार नहीं है। ध्यान रखना, मौलिक शब्द नहीं ना लगूगा, सिर्फ कानूनी अधिकार आ। भाव असीं केस कर सकते हैं, तो जिवें केस आम चलते हैं उवें केस चलते हैं, सीधे सुप्रीम कोर्ट दे विच केस नहीं पा सकते। अगला क्वेश्चन आ कि संपत्ति के अधिकार को मौलिक अधिकार की श्रेणी से हटाकर किस अनुच्छेद के अंतर्गत रखा गया है? बहुत वधिया क्वेश्चन आ। पहला जिहड़ा मौलिक अधिकार सी वो किसी होर आर्टिकल के अधीन सी, असीं देखते हैं, पर बाद च इहनूं चक के 300 ए आर्टिकल दे विच ऐड कर दिया गया। तो अज जिहड़ा मौलिक अधिकार हैगा संपत्ति का, वो मौलिक अधिकारां च नहीं हैगा, वो कानूनी अधिकार आ, तो वो 300 ए दे विच दर्ज आ। क्वेश्चन आया है पहला। क्वेश्चन बहुत बढ़िया। चंगेज़ खान का मूल नाम क्या था? साथियों, चंगेज़ खान राजा होया मंगोलिया का। अज भी मंगोलिया जिहड़ा उत्थे एयरपोर्ट बनया होया जां मंगोल जिहड़ा देश आ उत्थे अज भी हीरो मानते हैं किहनूं? चंगेज़ खान नूं, क्योंकि ये मंगोलिया तो जिद्दा सारा चीन इहने जित्तिया। चीन तो बाद सारा पाकिस्तान हुंदा होया भारत तक पहुंचे सी। बहुत ही बड़ा राज भाग मंगोलों के अंडर चंगेज़ खान का होया। ਜਿਹੜੇ ਮੁਗਲ ਸੀਗੇ ਉਹ ਵੀ ਮੰਗੋਲਾਂ ਦੇ ਵੰਸ਼ਜ ਸੀਗੇ, ਧਿਆਨ ਰੱਖਣਾ ਇਹ ਗੱਲ ਦੇ ਵਿੱਚ, ਅਤੇ ਤਾਂਹੀਓ ਉਹਨਾਂ ਨੇ ਆਪਣਾ ਨਾਮ ਮੁਗਲ ਰੱਖ ਲਿਆ, ਮੰਗੋਲ ਤੋਂ ਮੁਗਲ ਬਣਿਆ। ਅਸੀਂ ਦੇਖਦੇ ਹਾਂ ਇਹਦਾ ਅਸਲ ਨਾਮ ਜਿਹੜਾ ਹੈਗਾ ਉਹ ਹੈਗਾ ਤੇਮੂਜਿਨ। ਤੇਮੂਜਿਨ ਮੰਗੋਲੀਆ ਹੀ ਨਾਮ ਆ, ਇਹਦਾ ਅਸਲ ਨਾਮ ਤੇਮੂਜਿਨ ਸੀ। दिल्ली के किस सुल्तान ने ब्राह्मणों पर भी जजिया लगाया था? देखो क्वेश्चन साथियों बहुत बढ़िया। जजिया कर एक अलग तो टैक्स बनाया गया सी ਜਿਹਦੇ ਅਧੀਨ ਅਸੀਂ ਦੇਖਦੇ ਹਾਂ ਕਿ ਜਿਹੜੇ ਹਿੰਦੂ ਹੋਣਗੇ, ਮੁਸਲਿਮ ਰਾਜੇ ਕਹਿੰਦੇ ਨੇ ਕਿ ਅਸੀਂ ਤੁਹਾਨੂੰ ਬਚਾ ਰਹੇ ਹਾਂ, ਤੁਹਾਨੂੰ ਅਸੀਂ ਹਿੰਦੂ ਬਣਨ ਤੋਂ ਰੋਕ ਰਹੇ ਹਾਂ, ਸੌਰੀ ਮੁਸਲਿਮ ਬਣਨ ਤੋਂ ਦੈਟ ਇਜ਼ ਕੀ ਬਚਾ ਰਹੇ ਹਾਂ, ਮੁਸਲਿਮ ਗੱਲਾਂ ਤੋਂ ਬਚਾ ਰਹੇ ਹਾਂ, ਪਰ ਤੁਹਾਨੂੰ ਇਹਦੇ ਬਦਲੇ ਸਾਨੂੰ ਕੀ ਦੇਣਾ ਪਊ? ਟੈਕਸ ਦੇਣਾ ਪਊ। ਤਾਂ ਜਿੰਨੇ ਵੀ ਹਿੰਦੂ ਸੀਗੇ ਉਹਨਾਂ ਦੁਆਰਾ ਟੈਕਸ ਦਿੱਤਾ ਜਾਂਦਾ ਸੀਗਾ, ਜਿਹਨੂੰ ਕਹਿੰਦੇ ਜਜ਼ੀਆ ਕਰ। ਤਾਂ ਇਹ ਲਾਉਣ ਵਾਲਾ ਜਿਹੜਾ ਬੰਦਾ ਸੀਗਾ ਇਹ ਸੀਗਾ ਫਿਰੋਜ਼ ਤੁਗਲਕ। ਫਿਰੋਜ਼ ਤੁਗਲਕ ਨੇ, ਧਿਆਨ ਰੱਖਣਾ, ਤੁਗਲਕ ਨੇ ਸਭ ਤੋਂ ਪਹਿਲਾਂ ਇਹ ਕੀ ਲਾਇਆ ਸੀ? ਟੈਕਸ ਸਟਾਰਟ ਕੀਤਾ ਸੀ। ਪਰ ਬਾਅਦ 'ਚੋਂ ਅਕਬਰ ਜਦੋਂ ਰਾਜਾ ਬਣਦਾ ਤਾਂ ਅਕਬਰ ਇਹਨੂੰ ਖਤਮ ਕਰ ਦਿੰਦਾ। ਉਹ ਕਹਿੰਦਾ ਵੀ ਨਹੀਂ, ਮੇਰੇ ਰਾਜ ਦੇ ਵਿੱਚ ਕੋਈ ਵੀ ਹਿੰਦੂ ਇਹ ਟੈਕਸ ਭਰੂਗਾ ਨਹੀਂ। ਅਕਬਰ ਤੋਂ ਬਾਅਦ ਦੁਬਾਰਾ ਤੋਂ ਜਦੋਂ ਔਰੰਗਜ਼ੇਬ ਰਾਜਾ ਬਣਦਾ ਤਾਂ ਉਹ ਇਹ ਟੈਕਸ ਦੁਬਾਰਾ ਸਟਾਰਟ ਕਰ ਦਿੰਦਾ। ਤਾਂ ਸਟਾਰਟਿੰਗ ਦੇ ਵਿੱਚ ਇਹ ਲਾਇਆ ਫਿਰੋਜ਼ ਸ਼ਾਹ ਤੁਗਲਕ ਨੇ, ਬਾਅਦ ਦੇ ਵਿੱਚੋਂ ਅਕਬਰ ਨੇ ਉਹਨੂੰ ਬੰਦ ਕਰਤਾ, ਬਾਅਦ ਦੇ ਵਿੱਚੋਂ ਔਰੰਗਜ਼ੇਬ ਦੁਆਰਾ ਇਹਨੂੰ ਦੁਬਾਰਾ ਸਟਾਰਟ ਕੀਤਾ ਗਿਆ। ਅੱਗੇ ਚੱਲਦੇ ਹਾਂ। सिंधु घाटी की सभ्यता में घोड़े के अवशेष कहाँ मिलते हैं? ਵਧੀਆ क्वेश्चन है साथियों। ਅਸੀਂ ਦੇਖਦੇ ਹਾਂ ਜੇ क्वेश्चन है कि ਸਿੰਧ ਘਾਟੀ ਦੇ ਲੋਕਾਂ ਨੂੰ ਕੀ ਘੋੜੇ ਬਾਰੇ ਪਤਾ ਸੀ, ਤਾਂ ਹਾਂ ਅਵਸ਼ੇਸ਼ ਮਿਲਣੇ ਤੁਹਾਨੂੰ ਪਤਾ ਲੱਗਦਾ ਵੀ ਹਾਂ ਘੋੜੇ ਬਾਰੇ ਨੌਲੇਜ ਸੀ, ਪਰੰਤੂ ਗਾਂ ਬਾਰੇ ਧਿਆਨ ਰੱਖਣਾ, ਗਾਂ ਬਾਰੇ ਸਿੰਧੂ ਘਾਟੀ ਦੇ ਲੋਕਾਂ ਨੂੰ ਨਹੀਂ ਸੀ ਪਤਾ, ਕਿਉਂਕਿ ਸਾਨੂੰ ਸਿੰਧੂ ਘਾਟੀ ਸਭਿਅਤਾ ਤੋਂ ਗਾਂ ਦੇ ਅਵਸ਼ੇਸ਼ ਨਹੀਂ ਮਿਲਦੇ। ਸਿੰਧੂ ਘਾਟੀ ਸਭਿਅਤਾ ਬਹੁਤ ਹੀ ਪੁਰਾਣੀ ਸਭਿਅਤਾ ਜਿਹੜੀ ਕਿ ਸਿੰਧ ਨਦੀ ਦੇ ਕੋਲੇ ਜਿਹੜੇ ਲੋਕ ਰਹਿੰਦੇ ਸੀ ਉਹਨਾਂ ਤੋਂ ਮਿਲ ਕੇ ਬਣੀ ਆ। ਇਹ ਜਿਹੜੀ ਸਭਿਅਤਾ ਇਹ ਅੱਜ ਦੇ ਭਾਰਤ, ਪਾਕਿਸਤਾਨ ਅਤੇ ਅਫਗਾਨਿਸਤਾਨ ਤੱਕ ਫੈਲੀ ਹੋਈ ਸੀ ਅਤੇ ਬਾਰਡਰ ਇਹਦਾ ਈਰਾਨ ਨਾਲ ਜਾ ਕੇ ਲੱਗਦਾ। ਤਾਂ ਬਹੁਤ ਹੀ ਸਿਆਣੇ ਤਰੀਕੇ ਨਾਲ ਲੋਕ ਰਹਿੰਦੇ ਰਹੇ ਨੇ ਆਪਣੇ। ਤਾਂ ਕਿੱਥੇ ਘੋੜੇ ਦੇ ਅਵਸ਼ੇਸ਼ ਮਿਲਦੇ ਨੇ? ਤਾਂ ਇੱਕ ਜਗ੍ਹਾ ਆਉਂਦੀ ਆ ਸੁਰਕੋਟੜਾ। ਤਾਂ ਸੁਰਕੋਟੜਾ ਵਾਲੀ ਜਗ੍ਹਾ 'ਤੇ ਸਾਨੂੰ ਅਵਸ਼ੇਸ਼ ਮਿਲਦੇ ਨੇ ਘੋੜਿਆਂ ਦੇ। ਉਹ ਤੋਂ ਪਤਾ ਲੱਗਦਾ ਕਿ ਇਹਨਾਂ ਨੂੰ ਘੋੜਿਆਂ ਬਾਰੇ ਨੌਲੇਜ ਸੀ। ਆਹ ਕੁਐਸਚਨ ਬਹੁਤ ਵਧੀਆ। गायत्री मंत्र बहुत ही फेमस मंत्र है। गायत्री मंत्र किस वेद से लिया गया है? तो गायत्री मंत्र असी देखते हैं वो ऋग्वेद का भाग आ। 4 वेद ने, ऋग्वेद, सामवेद, अथर्वेद ते यजुर्वेद। वो एक मंत्र है गायत्री मंत्र। गायत्री मंत्र किहड़े वेद का भाग आ? ऋग्वेद का। क्वेश्चन ये भी बनता कि गायत्री मंत्र किनूं, क्योंकि वेद बने ने ना वो ਜਿਹੜੀਆਂ ਰੱਬੀ ਗੱਲਾਂ ਨੇ, ਭਾਵੇਂ ਉਹ ਸੂਰਜ ਹੋਏ ਜਾਂ ਤਾਰੇ ਹੋਏ, ਉਹਨਾਂ ਨੂੰ ਖੁਸ਼ ਕਰਨ ਵਾਸਤੇ ਹੋਈਆਂ ਨੇ। ਅਸੀਂ ਮੰਨਦੇ ਵੀ ਇਹ ਰੱਬ ਨੇ ਜਿਹੜੇ ਸਾਨੂੰ ਊਰਜਾ ਦੇ ਰਹੇ ਨੇ ਜਾਂ ਜਿਹਦੇ ਕਰਕੇ ਸਾਡਾ ਜੀਵਨ ਆ। ਤਾਂ ਇਹਨਾਂ ਨੂੰ ਖੁਸ਼ ਕਰਨ ਲਈ ਉਹ 'ਚ ਮੰਤਰ ਨੇ। ਤਾਂ ਗਾਇਤਰੀ ਮੰਤਰ ਕਿਹਨੂੰ ਖੁਸ਼ ਕਰਨ ਵਾਸਤੇ ਆ ਸਾਥੀਓ? ਤਾਂ ਰੌਸ਼ਨੀ ਨੂੰ, ਧੁੱਪ ਜਿਹੜੀ ਆਉਂਦੀ ਹੈ ਸਾਥੀਓ, ਇਹਦੇ ਲਈ ਮੰਤਰ ਹੈ ਗਾਇਤਰੀ ਮੰਤਰ। ਤਾਂ ਹੀ ਜਿਹੜਾ ਬੰਦਾ ਤੁਸੀਂ ਦੇਖਿਆ ਜਿਹੜਾ ਬੰਦਾ ਗਾਇਤਰੀ ਮੰਤਰ ਗਾਉਂਦਾ ਉਹ ਸਵੇਰੇ ਗਾਉਂਦਾ।
ਸਵੇਰੇ ਮੰਤਰ ਦਾ ਉਚਾਰਨ ਕਰਦਾ, ਜਦੋਂ ਗਾਇਤਰੀ ਮੰਤਰ ਉਚਾਰਨ ਕਰਦਾ ਤਾਂ ਉਹਦੇ ਸਰੀਰ 'ਚ ਇੱਕ ਤਰੀਕੇ ਦੀ ਨਵੀਂ ਊਰਜਾ ਸਾਨੂੰ ਦੇਖਣ ਨੂੰ ਮਿਲਦੀ ਹੈ। अगला, विश्व की सबसे बड़ी प्रवालभित्ति ग्रेट बैरियर रीफ कहाँ स्थित है? बहुत वधिया क्वेश्चन आ। सानू एक कोरोमंडल मिलते हैं, कोरल मिलते हैं। कोरल की होंगे ने? एक तरीके के छोटे छोटे जीव होंगे ने ਜਿਹੜੇ ਇਕੱਠੇ ਹੋ ਕੇ ਇੱਕ ਬਹੁਤ ਹੀ ਵੱਡੀ ਬਸਤੀ ਬਣਾਉਂਦੇ ਨੇ। ਤਾਂ ਦੁਨੀਆ ਦੇ ਸਭ ਤੋਂ ਜ਼ਿਆਦਾ ਕੋਰਲ ਜਿਹੜੇ ਰੀਫ ਨੇ ਉਹ ਗ੍ਰੇਟ ਬੈਰੀਅਰ ਰੀਫ ਸਾਨੂੰ ਦੇਖਣ ਨੂੰ ਮਿਲਦੇ ਨੇ। ਕੁਐਸਚਨ ਇਹ ਆਉਂਦਾ ਵੀ ਇਹ ਗ੍ਰੇਟ ਬੈਰੀਅਰ ਰੀਫ ਕਿੱਥੇ ਆ? ਤਾਂ ਅਸੀਂ ਦੇਖਦੇ ਹਾਂ ਇਹ ਗ੍ਰੇਟ ਬੈਰੀਅਰ ਰੀਫ ਆਸਟ੍ਰੇਲੀਆ ਮਹਾਂਦੀਪ ਦੇ ਵਿੱਚ ਆ। ਹਾਲਾਂਕਿ ਆਸਟ੍ਰੇਲੀਆ ਮਹਾਂਦੀਪ 'ਚ ਆਸਟ੍ਰੇਲੀਆ ਦੇਸ਼ ਆ, ਤਾਂ ਆਸਟ੍ਰੇਲੀਆ ਜਿਹੜਾ ਪੂਰਬੀ ਪਾਸਾ ਨਾ ਉੱਥੇ ਸਾਨੂੰ ਬਹੁਤ ਹੀ ਵੱਡਾ ਗ੍ਰੇਟ ਬੈਰੀਅਰ ਰੀਫ ਦੇਖਣ ਨੂੰ ਮਿਲਦੇ ਨੇ। ਕੁਐਸਚਨ ਇਹ ਵੀ ਬਣਦਾ ਕਿ ਆਸਟ੍ਰੇਲੀਆ ਦੀ ਰਾਜਧਾਨੀ ਕੀ ਆ? ਸਾਥੀਓ, ਆਸਟ੍ਰੇਲੀਆ ਦੀ ਰਾਜਧਾਨੀ ਸਿਡਨੀ ਜਾਂ ਐਡੀਲੇਡ ਨਹੀਂ ਹੈਗੀ, ਆਸਟ੍ਰੇਲੀਆ ਦੀ ਰਾਜਧਾਨੀ ਹੈਗੀ ਹੈ ਕੈਨਬਰਾ। ਧਿਆਨ ਰੱਖਣਾ ਇਹ ਗੱਲ, ਕੈਨਬਰਾ ਆਸਟ੍ਰੇਲੀਆ ਦੀ ਰਾਜਧਾਨੀ ਆ ਅਤੇ ਆਸਟ੍ਰੇਲੀਆ ਦੇਸ਼ ਆਸਟ੍ਰੇਲੀਆ ਮਹਾਂਦੀਪ ਦੇ ਵਿੱਚ ਪਾਇਆ ਜਾਂਦਾ। अगला क्वेश्चन, बादल किस कारण से वायुमंडल में तैरते हैं? तो ਤੁਹਾਨੂੰ ਪਤਾ ਜਿਹੜੇ ਬੱਦਲ ਨੇ ਉਹ ਖੜੇ ਨਹੀਂ ਰਹਿੰਦੇ, ਬੱਦਲ ਹਮੇਸ਼ਾ ਮੂਵ ਕਰਦੇ ਨੇ। ਤਾਂ ਉਹਦਾ ਕਾਰਨ ਕੀ ਆ? ਤਾਂ ਅਸੀਂ ਦੇਖਦੇ ਹਾਂ ਕਿ ਇੱਕ ਘਣਤਵ ਹੁੰਦਾ, ਨਿਮਨ ਘਣਤਵ, ਦੈਟ ਇਜ਼ ਕਾਲਡ, ਇੰਗਲਿਸ਼ ਦੇ ਵਿੱਚ ਕਰਨ ਨੂੰ ਆਪਾਂ ਕਹਿੰਦੇ ਸਰਫੇਸ ਟੈਂਸ਼ਨ। ਤਾਂ ਉਹਦੇ ਕਰਕੇ ਅਸੀਂ ਦੇਖਦੇ ਹਾਂ ਕਿ ਜਿਹੜੇ ਬੱਦਲ ਨੇ ਉਹ ਕੀ ਕਰਦੇ ਨੇ? ਮੂਵ ਕਰਦੇ ਨੇ। ਤੁਹਾਨੂੰ ਇਹ ਜਿਹਾ ਕੁਐਸਚਨ ਪੇਪਰ 'ਚ ਆਉਂਦਾ ਨਹੀਂ, ਕਿਉਂਕਿ ਜਿਹੜੀਆਂ ਟਰਮਾਂ ਨੇ ਸਰਫੇਸ ਟੈਂਸ਼ਨ ਵਾਲੀਆਂ ਇਹ +1 +2 'ਚ ਨੇ। ਆਪਣਾ ਪੇਪਰ ਦਾ ਲੈਵਲ 10ਵੀਂ ਤੱਕ ਹੀ ਹੁੰਦਾ, ਕੋਈ ਚੱਕਰ ਵਾਲੀ ਗੱਲ नहीं। आगे चलते हैं, किसी ठोस पदार्थ के बिना द्रव में बदले सीधे वाष्प अवस्था में प्रवृत्त होने प्रक्रिया को क्या कहते हैं? बहुत वधिया साथियों, देखो आम तौर पर ਜਿਹੜੀਆਂ ठोस ਹੁੰਦਾ ਪਹਿਲਾਂ ਕੀ ਬਣਦਾ ਗਾ? ਤਰਲ ਬਣਦਾ, ਫਿਰ ਤਰਲ ਨੂੰ ਹੋਰ ਗਰਮ ਕਰੂਗਾ ਕੀ ਬਣਦਾ? ਗੈਸ ਬਣਦਾ। ਪਰ ਕੁਝ ਕੁ ਇਹੋ ਜਿਹੇ ਤੱਤ ਵੀ ਹੁੰਦੇ ਨੇ ਜਿਹੜੇ ਸਿੱਧੇ ਠੋਸ ਤੋਂ ਕੀ ਬਣ ਜਾਂਦੇ ਨੇ? ਗੈਸ ਬਣ ਜਾਂਦੇ ਨੇ, ਠੋਸ ਤੋਂ ਡਾਇਰੈਕਟਲੀ ਗੈਸ। ਕੁਐਸਚਨ ਦਾ ਪਹਿਲਾਂ ਇਹੀ ਆ ਕਿ ਠੋਸ ਤੋਂ ਗੈਸ ਬਣਨਾ ਕੀ ਕਹਾਉਂਦਾ? ਤਾਂ ਸਾਥੀਓ ਇੰਗਲਿਸ਼ 'ਚ ਇਹਨੂੰ ਸਬਲੀਮੇਸ਼ਨ ਅਤੇ ਹਿੰਦੀ 'ਚ ਇਹਨੂੰ ਉੱਤਰਵਪਾਤਨ ਕਹਿੰਦੇ ਨੇ। ਫਿਰ ਤੁਹਾਨੂੰ ਕੁਐਸਚਨ ਇਹ ਨਹੀਂ ਆਉਂਦਾ, ਆਰਮੀ ਜੀ ਡੀ 'ਚ ਇਹ ਕੁਐਸਚਨ ਨਹੀਂ ਆਉਂਦਾ, SSC ਦੇ ਪੇਪਰਾਂ 'ਚ ਇਹ ਕੁਐਸਚਨ ਆ ਸਕਦਾ, ਪਰੰਤੂ ਜੀ ਡੀ 'ਚ ਇਹ ਨਹੀਂ ਹੁੰਦਾ ਕੀ ਕਹਿੰਦੇ ਨੇ। ਪਰ ਕੁਐਸਚਨ ਇਹ ਆਊ ਵੀ ਆਮ ਤੌਰ 'ਤੇ ਕਿਹੜੀ ਗੈਸ ਆ ਜਿਹੜੀ ਸਿੱਧੀ ਗੈਸ ਤੋਂ ਠੋਸ ਬਣਦੀ ਆ? ਤਾਂ ਯਾਦ ਰੱਖਣਾ CO2। ਕਾਰਬਨ ਡਾਈਆਕਸਾਈਡ ਗੈਸ ਇਹੋ ਜਿਹੀ ਆ ਜਿਹੜੀ ਕਦੇ ਵੀ ਤਰਲ ਨਹੀਂ ਹੁੰਦੀ, ਜਾਂ ਤਾਂ ਠੋਸ ਹੋਊਗੀ ਅਤੇ ਜਾਂ ਫਿਰ ਕੀ ਹੋਊਗੀ? ਉਹ ਗੈਸ ਬਣੂ। ਠੋਸ CO2 ਲੈ ਕੇ ਜਿਹਨੂੰ ਗਰਮ ਕਰ ਦਿਓਗੇ ਤਾਂ ਸਿੱਧੀ ਉਹ ਕੀ ਬਣ ਜਾਂਦੀ ਆ? ਗੈਸ ਬਣ ਜਾਂਦੀ ਆ। ਗੈਸ ਨੂੰ ਲੈ ਕੇ ਠੰਡਾ ਕਰ ਦਿਓਗੇ ਸਿੱਧੀ ਕੀ ਬਣ ਜਾਂਦੀ ਆ? ਉਹ CO2 ਬਣ ਜਾਂਦੀ ਹੈ, ਭਾਵ ਠੋਸ ਬਣ ਜਾਂਦੀ ਹੈ, ਤਰਲ ਨਹੀਂ ਬਣਦੀ। ਤਾਂ ਕਰਕੇ CO2 ਗੈਸ ਨੂੰ ਡਰਾਈ ਆਈਸ ਵੀ ਕਿਹਾ ਜਾਂਦਾ। ਧਿਆਨ ਰੱਖਣਾ, ਕੁਐਸਚਨ ਆਇਆ ਤੁਹਾਨੂੰ ਪੇਪਰ 'ਚ ਕਿ ਡਰਾਈ ਆਈਸ ਕਿਹਨੂੰ ਕਹਿੰਦੇ ਨੇ? CO2 ਗੈਸ, ਕਾਰਬਨ ਡਾਈਆਕਸਾਈਡ ਗੈਸ ਨੂੰ ਡਰਾਈ ਆਈਸ ਕਹਿੰਦੇ ਨੇ। अगला क्वेश्चन, प्रेशर कुकर में भोजन कम समय में तैयार हो जाता है? ਅਸੀਂ ਦੇਖਦੇ ਹਾਂ ਕਿਹੜਾ ਆਪਾਂ ਉਂਝ ਭਾਂਡਾ ਲੈ ਕੇ ਉਹ 'ਚ ਗਰਮ ਕਰਦੇ ਹਾਂ ਸਮਾਂ ਜ਼ਿਆਦਾ ਲੱਗਦਾ, ਪਰੰਤੂ ਜਿਹੜਾ ਪ੍ਰੈਸ਼ਰ ਕੁੱਕਰ ਆ ਉਹ 'ਚ ਭੋਜਨ ਛੇਤੀ ਬਣਦਾ। ਕਾਰਨ ਕੀ ਆ? ਕਿਉਂਕਿ ਉੱਤੋਂ ਬੰਦ ਹੁੰਦਾ ਤਾਂ ਜਿਹੜਾ ਅੰਦਰਲੇ ਪਾਸੇ ਭਾਫ਼ ਬਣਦੀ ਆ ਉਹ ਭਾਫ਼ ਹੀ ਅੱਧਾ ਤਾਂ ਆਪਣੀ ਸਬਜ਼ੀ ਨੂੰ ਕੀ ਕਰ ਦਿੰਦੀ ਆ? ਪਕਾ ਦਿੰਦੀ ਆ। ਤਾਂ ਕਥਾ ਕਵਥਾਨਕ बढ़ जाता है। ਕੁਝ ਨਹੀਂ, ਇਹਨੂੰ ਇੰਗਲਿਸ਼ 'ਚ ਕਹਿੰਦੇ ਨੇ ਵੇਪਰ ਪ੍ਰੈਸ਼ਰ। ਵੇਪਰ ਪ੍ਰੈਸ਼ਰ ਇਨਕਰੀਜ਼ ਹੋ ਜਾਂਦਾ। ਵੇਪਰ ਪ੍ਰੈਸ਼ਰ ਨੂੰ ਇੰਗਲਿਸ਼ 'ਚ, ਹਿੰਦੀ 'ਚ ਕਵਥਨਾਂਕ ਕਿਹਾ ਜਾਂਦਾ। ਤਾਂ ਇਹ ਵੱਧ ਜਾਂਦਾ, ਵੇਪਰ ਪ੍ਰੈਸ਼ਰ ਵੱਧ ਜਾਂਦਾ, ਜਿਹਦੇ ਕਰਕੇ ਸਾਡਾ ਭੋਜਨ ਕੀ ਈਜ਼ੀਲੀ ਬਣ ਜਾਂਦਾ। ਅਗਲਾ ਕੁਐਸਚਨ ਬਹੁਤ ਵਧੀਆ, ਵਿਸ਼ਾਣੂ ਕੀ ਖੋਜ ਕਿਸ ਨੇ ਕੀ? ਤਾਂ ਅਸੀਂ ਦੇਖਦੇ ਹਾਂ ਸਾਥੀਓ, ਵਿਸ਼ਾਣੂ ਜਿਹੜੇ ਹੁੰਦੇ ਨੇ ਉਹ ਵਾਇਰਸ ਨੂੰ ਕਹਿੰਦੇ ਨੇ। ਤਾਂ ਵਾਇਰਸ ਦੀ ਖੋਜ ਕਿਹਨੇ ਕੀਤੀ ਆ? ਤਾਂ ਇੱਕ ਬੰਦਾ ਸੀਗਾ ਬਨਬੋਸਕੀ। ਤਾਂ ਇਹਨਾਂ ਦੁਆਰਾ ਜਿਹੜੇ ਵਾਇਰਸ ਹੁੰਦੇ ਨੇ, ਭਾਵੇਂ ਉਹ ਏਡਸ ਦਾ ਵਾਇਰਸ ਹੋਵੇ ਜਾਂ ਵਾਇਰਸ ਕੀ ਹੁੰਦੇ ਨੇ, ਇਹਦੀ ਖੋਜ ਕਿਹਦੇ ਦੁਆਰਾ ਕੀਤੀ ਗਈ ਹੈ? ਬਨਬੋਸਕੀ ਦੁਆਰਾ ਕੀਤੀ ਗਈ ਆ। ਆਮ ਤੌਰ 'ਤੇ ਜਿਹੜੇ ਬੈਕਟੀਰੀਆ ਹੁੰਦੇ ਨੇ, ਜੀਵਾਣੂ ਹੁੰਦੇ ਨੇ, ਉਹ ਚੰਗੇ ਵੀ ਹੁੰਦੇ ਨੇ ਅਤੇ ਮਾੜੇ ਵੀ ਹੁੰਦੇ ਨੇ। ਪਰ ਉਹ ਚੰਗੇ ਵੀ ਨੇ, ਜਿਵੇਂ ਜਿਹੜਾ ਦਹੀਂ ਆ, ਦਹੀਂ 'ਚ ਲੈਕਟੋਬੈਸੀਲਸ ਬੈਕਟੀਰੀਆ ਹੁੰਦਾ ਜੋ ਆਪਣੀ ਬੋਡੀ ਵਾਸਤੇ ਬਹੁਤ ਚੰਗਾ ਹੈਗਾ, ਤਾਂ ਹੀ ਆਪਾਂ ਖਾਂਦੇ ਹਾਂ, ਸਰੀਰ ਰਿਸ਼ਟ ਪੁਸ਼ਟ ਰਹਿੰਦਾ। ਪਰੰਤੂ ਜਿਹੜੇ ਵਾਇਰਸ ਹੋਣਗੇ ਹਮੇਸ਼ਾ ਹੀ ਮਾੜੇ ਹੀ ਹੋਣਗੇ ਸਰੀਰ ਵਾਸਤੇ। ਜੋ ਸਰੀਰ ਜਾਊਗਾ ਤਾਂ ਵਾਇਰਸ ਮਾੜਾ ਹੋਊਗਾ, ਇਹ ਧਿਆਨ ਰੱਖਣਾ। ਬੈਕਟੀਰੀਆ ਚੰਗੇ ਹੋ ਸਕਦੇ ਨੇ, ਵਾਇਰਸ ਹਮੇਸ਼ਾ ਮਾੜੇ ਹੋਣਗੇ। ਬੈਕਟੀਰੀਆ ਦੀ ਖੋਜ ਲਿਓਨ ਹੌਕ ਦੁਆਰਾ ਕੀਤੀ ਗਈ ਆ, ਜਦ ਕਿ ਵਿਸ਼ਾਣੂਆਂ ਦੀ ਖੋਜ ਬਨਬੋਸਕੀ ਦੁਆਰਾ ਕੀਤੀ ਗਈ ਸਾਥੀਓ। अगला क्वेश्चन, स्वतंत्र भारत के राष्ट्रीय ध्वज तिरंगा का डिज़ाइन किसने तैयार किया था?
ਜਿਹੜਾ ਆਪਣਾ ਤਿਰੰਗਾ ਝੰਡਾ ਸਾਥੀਓ, ਇਹਦਾ ਡਿਜ਼ਾਈਨ ਕਿਹਨੇ ਬਣਾਇਆ ਗਿਆ? ਤਾਂ ਬਹੁਤ ਹੀ ਵਧੀਆ ਕੁਐਸਚਨ ਆ। ਤਾਂ ਇਹ ਡਿਜ਼ਾਈਨ ਬਣਾਇਆ ਪਿੰਗਲੀ ਵੈਂਕਈਆ ਜੀ ਦੁਆਰਾ। ਪਿੰਗਲੀ ਵੈਂਕਈਆ ਜੀ ਦੁਆਰਾ ਇਹ ਬਣਾਇਆ ਗਿਆ। ਇੱਕ ਕੁਐਸਚਨ ਆਇਆ ਸੀਗਾ ਕਿ ਜਿਹੜਾ ਇਹ ਝੰਡਾ ਹੁੰਦਾ ਸੰਵਿਧਾਨਕ ਤੌਰ 'ਤੇ ਇਹਦਾ ਸਾਈਜ਼ ਕੀ ਆ? ਤਾਂ 2:3, ਭਾਵ 2 ਹਿੱਸੇ ਕੀ ਹੋਊਗੀ ਉਹਦੀ, ਦੈਟ ਇਜ਼ ਕਿ ਚੌੜਾਈ ਹੋਊਗੀ, 3 ਹਿੱਸੇ ਕੀ ਹੋਊਗੀ ਲੰਬਾਈ। ਹਮੇਸ਼ਾ ਝੰਡਾ 2:3 ਦਾ ਹੋਣਾ ਚਾਹੀਦਾ। 3 ਰੰਗ ਹੁੰਦੇ ਨੇ, ਤੁਹਾਨੂੰ ਪਤਾ ਇਹਦੇ ਵਿੱਚ। ਜਿਹੜਾ ਉੱਪਰਲਾ ਰੰਗ ਆ ਕੇਸਰੀ, ਇਹ ਬਲੀਦਾਨ ਦਾ ਪ੍ਰਤੀਕ ਹੈ ਸਾਥੀ, ਧਿਆਨ ਰੱਖਣਾ। ਕੇਸਰੀ ਰੰਗ ਹਮੇਸ਼ਾ ਬਲੀਦਾਨ ਦਾ ਪ੍ਰਤੀਕ ਹੁੰਦਾ, ਚਿੱਟਾ ਰੰਗ ਸ਼ਾਂਤੀ ਦਾ ਪ੍ਰਤੀਕ ਹੁੰਦਾ, ਅਤੇ ਉਹ 'ਚੋਂ ਹਰਾ ਰੰਗ ਪਵਿੱਤਰਤਾ ਦਾ ਪ੍ਰਤੀਕ ਹੁੰਦਾ। ਜਿਹੜੇ ਉਹ 'ਚ 24 ਘੰਟੇ 24 ਲਾਈਨਸ ਬਣਾਈਆਂ ਗਈਆਂ, ਸਪੋਕਸ ਬਣਾਈਆਂ ਗਈਆਂ, ਉਹ 24 ਘੰਟੇ ਜਿਹੜੇ ਦਿਨ ਦੇ ਹੁੰਦੇ ਨੇ, ਉਹ 'ਚ ਹਮੇਸ਼ਾ ਵਧਣ ਵਾਸਤੇ, ਜ਼ਿੰਦਗੀ ਤੁਸੀਂ ਅੱਗੇ ਵਧੋ, ਉਹਦੇ ਲਈ ਬਣਾਏ ਜਾਂਦੇ ਨੇ। ਅਗਲਾ ਚੱਲਦੇ ਹਾਂ। ਜਿਹੜੀਆਂ ਬੈਟਰੀਆਂ ਹੁੰਦੀਆਂ ਨੇ ਆਪਣੇ ਘਰਾਂ 'ਚ, ਉਸਮੇਂ ਕਿਸ ਐਸਿਡ ਦਾ ਪ੍ਰਯੋਗ ਹੁੰਦਾ ਹੈ? ਜਿਹੜੀਆਂ ਸਾਥੀਓ ਘਰਾਂ ਵਾਲੀਆਂ ਬੈਟਰੀਆਂ ਹੁੰਦੀਆਂ ਨੇ, ਬਹੁਤ ਵਧੀਆ ਕੁਐਸਚਨ ਆ। ਉਹ 'ਚ ਇੱਕ ਐਸਿਡ ਪਾਇਆ ਜਾਂਦਾ ਸਲਫਿਊਰਿਕ ਐਸਿਡ, ਜਿਹਦਾ ਫਾਰਮੂਲਾ H2SO4 ਹੁੰਦਾ। ਚਾਹੇ ਆਪਣੇ ਗੱਡੀਆਂ ਦੀਆਂ ਬੈਟਰੀਆਂ ਹੋਣ ਜਾਂ ਫਿਰ ਆਪਣੇ ਇਨਵਰਟਰਾਂ ਦੀਆਂ ਬੈਟਰੀਆਂ ਹੋਣ, ਇਹ ਸਾਰਿਆਂ ਵਿੱਚ ਸਲਫਿਊਰਿਕ ਐਸਿਡ ਪਾਇਆ ਜਾਂਦਾ। ਸੂਤਰ ਯਾਦ ਰੱਖਣਾ H2SO4। ਅਤੇ ਇਹ ਕਿਉਂ ਪਾਇਆ ਜਾਂਦਾ? ਕਿਉਂਕਿ ਇਹ ਚਾਰਜ ਕਰਨ ਦੇ ਵਿੱਚ ਬਹੁਤ ਹੈਲਪ ਕਰਦਾ। ਸਲਫਿਊਰਿਕ ਐਸਿਡ ਨਾਲ ਬੈਟਰੀ ਬਹੁਤ ਵਧੀਆ ਤਰੀਕੇ ਨਾਲ ਚਾਰਜ ਹੁੰਦੀ ਆ, ਤਾਂ ਕਰਕੇ ਅਸੀਂ ਇਹਨੂੰ ਐਡ ਕਰਦੇ ਹਾਂ। ਸਾਥੀਓ ਅੱਜ ਵਾਸਤੇ ਇੰਨਾ ਹੀ ਆ। ਇਹਨੂੰ ਚੰਗੀ ਤਰ੍ਹਾਂ ਤੁਸੀਂ ਯਾਦ ਕਰਨਾ, ਇਹਦੇ ਨੋਟ ਜ਼ਰੂਰ ਬਣਾਉਣੇ ਨੇ। ਪੇਪਰ ਦੀ ਟੈਨਸ਼ਨ ਨਹੀਂ ਲੈਣੀ, ਪੇਪਰ ਤੁਹਾਡਾ ਹੋਊਗਾ। ਤੁਹਾਡਾ ਕੰਮ ਆ ਸਿਰਫ ਪੜ੍ਹਨਾ। ਪੇਪਰ ਹੋਊਗਾ ਕਰਦੇ ਤੁਸੀਂ ਟਾਈਮ ਖਰਾਬ ਕਰ ਰਹੇ ਹੋ। ਜੇ ਮੰਨ ਲਓ ਪੇਪਰ ਮਹੀਨੇ ਦੇ ਵਿੱਚ ਆ ਗਿਆ, ਕੀ ਤੁਹਾਡੀ ਹੁਣ ਤਿਆਰੀ ਨਹੀਂ ਹੈਗੀ ਆ ਕਿ ਤੁਸੀਂ ਮਹੀਨੇ ਬਾਅਦ ਪੇਪਰ ਕਲੀਅਰ ਕਰ ਜਾਓਗੇ? ਤਾਂ ਤੁਸੀਂ ਤਿਆਰੀ ਕਰਨਾ ਸਟਾਰਟ ਕਰੋ। ਜੇਕਰ ਕੋਈ ਵਿਦਿਆਰਥੀ ਦੀ ਤਿਆਰੀ ਆਪਣੇ ਘਰ ਬਹਿ ਕੇ ਨਹੀਂ ਹੋ ਸਕਦੀ, ਤਾਂ ਮੇਰੇ ਕੋਲ ਆ ਜਾਓ। ਮੈਂ ਆਫਲਾਈਨ ਕਲਾਸਿਸ ਵੀ ਸਾਡੀਆਂ ਸਟਾਰਟ ਨੇ। ਆਫਲਾਈਨ ਕਲਾਸਿਸ, ਔਨਲਾਈਨ ਤੁਹਾਡਾ ਚੱਲ ਹੀ ਰਿਹਾ। ਜਦੋਂ ਵੀ ਕੋਈ ਹੋਰ ਦਿੱਕਤ ਵੀ ਹੋਵੇ ਤਾਂ ਵੀ ਤੁਸੀਂ ਮੈਨੂੰ ਫ਼ੋਨ ਕਰਕੇ ਸੰਪਰਕ ਕਰ ਸਕਦੇ ਹੋ। ਕੋਈ ਇਸ਼ੂ ਨਹੀਂ, ਆਪਣਾ ਆਉਣਾ, ਦੱਬ ਕੇ ਤਿਆਰੀ ਕਰਨੀ। ਤੁਹਾਡੇ ਵਾਸਤੇ ਇਹ ਪੇਪਰ ਸਿਰਫ 8ਵੀਂ ਤੋਂ 9ਵੀਂ 'ਚ ਪਾਸ ਹੋਣਾ ਪੇਪਰ ਨਹੀਂ, ਤੁਹਾਡੇ ਵਾਸਤੇ ਜ਼ਿੰਦਗੀ ਦਾ ਪੇਪਰ ਹੈ ਸਾਥੀਓ। ਜੇ ਇੱਕ ਪੇਪਰ ਲੈ ਲਿਆ ਫੌਜ ਨੇ, ਤੁਸੀਂ ਰਹਿ ਗਏ, ਤਾਂ ਦੈਟ ਇਜ਼ ਕਿ ਤੁਹਾਡੀ ਜ਼ਿੰਦਗੀ ਕੀ ਹੋਊਗੀ ਕਿਸੇ ਨੂੰ ਕੁਝ ਨਹੀਂ ਪਤਾ। ਪਰ ਜੇ ਪਾਸ ਹੋ ਗਏ ਤਾਂ ਫੌਜੀ ਬਣੋਗੇ, ਦੇਸ਼ ਵਾਸਤੇ ਅਤੇ ਆਪਣੇ ਘਰ ਵਾਸਤੇ ਵਧੀਆ ਕੰਮ ਕਰੋਗੇ। ਤਾਂ ਇੱਕ ਪੇਪਰ ਨੂੰ ਪੇਪਰ ਨਾ ਲੈ ਕੇ ਤੁਸੀਂ ਜ਼ਿੰਦਗੀ ਲੈ ਕੇ ਚੱਲੋ ਕਿ ਭਾਈ ਕੁਝ ਮਰਜ਼ੀ ਹੋ ਜਾਏ, ਅਸੀਂ ਮਹੀਨਾ ਦੈਟ ਇਜ਼ ਕਿ ਦੱਬ ਕੇ ਪੜ੍ਹਾਂਗੇ। ਸੋ ਸਾਥੀਓ, ਇੰਨਾ ਕਹਿੰਦਾ ਹੋਇਆ ਜੀ, ਧੰਨਵਾਦ। ਕੋਈ ਵੀ ਲੋੜ ਹੋਵੇ ਜਦੋਂ ਮਰਜ਼ੀ ਫ਼ੋਨ ਕਰ ਲਿਆ ਕਰੋ।